ਅੱਜ ਦੀ ਸਾਡੀ ਕਲਾਸ ਹੈ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਐਟ ਐਨੀ ਪੁਆਇੰਟ ਅਲੋਂਗ ਦਾ ਇਕੁਟੋਰੀਅਲ ਲਾਈਨ ਆਫ ਐਨ ਇਲੈਕਟ੍ਰਿਕ ਡਾਈਪੋਲ। ਅਸੀਂ ਇਹਦਾ ਹੀ ਇੱਕ ਆਰਟੀਕਲ ਕਿ ਇਲੈਕਟ੍ਰਿਕ ਫੀਲਡ ਪਤਾ ਕਰੋ ਇਲੈਕਟ੍ਰਿਕ ਡਾਈਪੋਲ ਦੀ ਐਕਸੀਅਲ ਲਾਈਨ ਤੇ ਉਹ ਪਿਛਲੀ ਵੀਡੀਓ 'ਚ ਡਿਸਕਸ ਕਰ ਲਿਆ ਆ। ਅੱਜ ਅਸੀਂ ਇਲੈਕਟ੍ਰਿਕ ਡਾਈਪੋਲ ਕਰਕੇ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਹੀ ਫਾਈਂਡ ਆਊਟ ਕਰਾਂਗੇ, ਪਰ ਹੁਣ ਜਿਹੜਾ ਪੁਆਇੰਟ ਆ ਉਹ ਐਕਸੀਅਲ ਲਾਈਨ ਤੇ ਨਹੀਂ ਹੋਏਗਾ, ਇਕੁਟੋਰੀਅਲ ਲਾਈਨ ਤੇ ਹੋਏਗਾ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਸਟੋਰੀ ਕੀ ਆ। ਸਾਨੂੰ ਉਹ ਕਹਿ ਰਹੇ ਨੇ ਕਿ ਸਾਡੇ ਪਾਸ ਇਸ ਦੀ ਫਿਗਰ ਕਾਫੀ ਇੰਪੋਰਟੈਂਟ ਆ ਜੋ ਅਸੀਂ ਡਿਸਕਸ ਕਰਨਾ ਆ। ਉਹ ਸਾਨੂੰ ਕਹਿ ਰਹੇ ਨੇ ਕਿ ਸਾਡੇ ਪਾਸ ਇੱਕ ਇਲੈਕਟ੍ਰਿਕ ਡਾਈਪੋਲ ਹੈ। ਇਲੈਕਟ੍ਰਿਕ ਡਾਈਪੋਲ ਕੀ ਹੈ? ਵੈਲ ਨੋਨ ਆ ਸੀ ਉਸ ਚੀਜ਼ ਤੋਂ ਕਿ ਦੋ ਸੇਮ ਮੈਗਨੀਟਿਊਡ ਦੇ ਚਾਰਜ ਬਟ ਆਪੋਜ਼ਿਟ ਨੇਚਰ ਤੇ ਕਿਸੇ ਦੂਰੀ ਨਾਲ ਸੈਪਰੇਟ ਹੋਣ। ਓਕੇ, ਤੇ ਆਪਾਂ ਦੋ ਚਾਰਜ ਕੰਸੀਡਰ ਕਰ ਲਿਆ, ਇੱਕ -q ਤੇ ਇੱਕ +q, ਤੇ ਉਹਨਾਂ ਵਿਚਲੀ ਜਿਹੜੀ ਦੂਰੀ ਆ ਉਹ ਅਸੀਂ ਲੈ ਲਈ 2l। 2l ਅਸੀਂ ਤਾਂ ਡਿਸਕਸ ਕਰਦੇ ਆ ਕਿ ਅਸੀਂ l ਵੀ ਲੈ ਸਕਦੇ। 2l ਕਿਉਂ ਲਿਖਦੇ? ਕਿਉਂਕਿ ਆਪਾਂ ਦੇ ਐਕਸਪ੍ਰੈਸ਼ਨ ਸੋਲਵ ਕਰਨ ਵਿੱਚ ਇਹ ਚੀਜ਼ ਬਹੁਤ ਹੈਲਪਫੁਲ ਹੁੰਦੀ ਹੈ। ਅਸੀਂ ਇਹਨੂੰ ਲਿਖ ਲੈਂਦੇ ਆ l ਔਰ ਸੈਂਟਰ ਤੋਂ ਇੱਧਰ ਵਾਲੀ ਦੂਰੀ ਵੀ ਹੋਗੀ l। ਇਹ ਤਾਂ ਸਾਡਾ ਇਲੈਕਟ੍ਰਿਕ ਡਾਈਪੋਲ ਹੋ ਗਿਆ। ਮੈਂ ਇਲੈਕਟ੍ਰਿਕ ਡਾਈਪੋਲ ਇੱਕ ਵਾਰ ਫਿਰ ਰਿਪੀਟ ਕਰਦਾ ਕਿ ਲਾਸਟ ਵੀਡੀਓ 'ਚ ਅਸੀਂ ਡਿਸਕਸ ਕੀਤਾ ਹੈ ਚੰਗੀ ਤਰੀਕੇ ਨਾਲ, ਫਿਰ ਦੁਬਾਰਾ ਦੱਸਣਾ ਇੱਕ ਵਾਰ ਇਸ ਆਰਟੀਕਲ ਦੇ ਲਈ ਕਿ ਇਲੈਕਟ੍ਰਿਕ ਡਾਈਪੋਲ ਇੱਕ ਸਿਸਟਮ ਆ ਦੋ ਚਾਰਜਿਸ ਦਾ, ਜਿਹਦੇ ਵਿੱਚ ਦੋ ਚਾਰਜ ਇਕੁਅਲ ਮੈਗਨੀਟਿਊਡ ਦੇ ਹੋਣੇ ਚਾਹੀਦੇ। ਇੱਥੇ ਆ q ਆ ਤੇ ਆ ਵੀ q ਆ। ਜੇ ਆ 5 ਕੂਲਮ ਹੋਏਗਾ ਤੇ ਆ ਵੀ 5 ਕੂਲਮ ਹੋਊਗਾ। ਉਹ ਆਪੋਜ਼ਿਟ ਨੇਚਰ ਦੇ ਹੋਣੇ ਚਾਹੀਦੇ ਆ। ਇਹ ਮਾਈਨਸ ਦਾ ਤੇ ਇਹ ਪਲੱਸ ਦਾ ਆ, ਤਾਂ ਕਿਸੇ ਨਾ ਕਿਸੇ ਦੂਰੀ ਤੇ ਸੈਪਰੇਟ ਹੋਣੇ ਚਾਹੀਦੇ। 2l ਦੂਰੀ ਲੈ ਲਈ। ਹੁਣ ਉਹਨਾਂ ਨੇ ਕਿਹਾ ਕਿ ਦੈਟਸ ਅ ਇਲੈਕਟ੍ਰਿਕ ਡਾਈਪੋਲ। ਹੁਣ ਉਹਨਾਂ ਨੇ ਕਿਹਾ ਇਕੁਟੋਰੀਅਲ ਲਾਈਨ ਕੀ ਹੁੰਦੀ ਹੈ ਉੱਤੇ ਪਤਾ ਕਰਨਾ। ਇਕੁਟੋਰੀਅਲ ਲਾਈਨ ਲਈ ਇੱਕ ਪਰਪੈਂਡੀਕੂਲਰ ਲਾਈਨ ਲੈ ਲੈਣੀ ਜਿਹੜੀ ਸੈਂਟਰ ਤੇ ਮੀਟ ਕਰਦੀ ਹੋਵੇ। ਇਲੈਕਟ੍ਰਿਕ ਡਾਈਪੋਲ ਦੀ ਡਾਈਪੋਲ ਲੈਂਥ ਦੇ ਪਰਪੈਂਡੀਕੂਲਰ 90 ਡਿਗਰੀ ਤੇ ਇੱਕ ਲਾਈਨ ਡਰਾ ਕਰ ਲਈ। ਉਹ ਲਾਈਨ ਇਕੁਟੋਰੀਅਲ ਲਾਈਨ ਆ ਤੇ ਉਸ ਇਕੁਟੋਰੀਅਲ ਲਾਈਨ ਦੇ ਉੱਤੇ ਆਪਾਂ ਨੇ ਇੱਕ ਪੁਆਇੰਟ P ਲੈ ਲਿਆ ਔਰ ਆਪਾਂ ਮੰਨ ਲੈਂਦੇ ਆ r ਦੂਰੀ ਤੇ ਪੁਆਇੰਟ ਸਾਡਾ ਡਾਈਪੋਲ ਤੋਂ। -q ਚਾਰਜ ਨੂੰ ਮੈਂ A ਪੁਆਇੰਟ ਲਿਖ ਲੈਂਦਾ, -q ਨੂੰ B ਪੁਆਇੰਟ ਲਿਖਦਾ। ਇਹਨੂੰ ਸੋਲਵ ਕਰਨ ਦੇ ਦੋ ਤਰੀਕੇ ਨੇ, ਪਰ ਆਪਾਂ ਬੇਸਿਕ ਤਰੀਕੇ ਨਾਲ ਸੋਲਵ ਕਰਾਂਗੇ ਇਸ ਨੂੰ। ਹੁਣ ਮੈਨੂੰ ਪਤਾ ਲੱਗ ਗਿਆ ਕਿ ਇੱਕ A ਪੁਆਇੰਟ ਆ, ਇੱਕ B ਪੁਆਇੰਟ ਆ ਔਰ ਇੱਕ P ਪੁਆਇੰਟ ਆ। ਇੱਥੇ ਇੱਕ ਸਾਡੇ ਕੋਲ ਦੋ ਚਾਰजेस ਨੇ, 2l ਦੂਰੀ ਹੈ, l ਦੂਰੀ ਲੈ ਲਈ। ਸੈਂਟਰ ਤੋਂ ਆਪਾਂ ਇੱਕ ਲਾਈਨ ਪਰਪੈਂਡੀਕੂਲਰ ਡਰਾ ਕੀਤੀ, ਉਹਨੂੰ ਇਕੁਟੋਰੀਅਲ ਲਾਈਨ ਕਿਹਾ। ਉੱਤੇ ਅਸੀਂ ਇੱਕ P ਪੁਆਇੰਟ ਲੈ ਲਿਆ ਜਿੱਥੇ ਆਪਾਂ ਇਲੈਕਟ੍ਰਿਕ ਫੀਲਡ ਫਾਈਂਡ ਆਊਟ ਕਰਨੀ ਹੈਗੀ ਆ। ਠੀਕ ਹੈ, ਓਕੇ। ਨਾਓ ਹੁਣ ਸਾਨੂੰ ਪਤਾ ਕਿ ਪੋਜ਼ਿਟਿਵ ਚਾਰਜ ਇਲੈਕਟ੍ਰਿਕ ਫੀਲਡ ਆਊਟਵਰਡ ਜਾਂਦੀ ਹੈ। ਇਹਦਾ ਮਤਲਬ P ਪੁਆਇੰਟ ਤੇ ਜੇ ਇਸ ਪੁਆਇੰਟ ਤੇ ਮੈਂ ਇਸ ਚਾਰਜ ਕਰਕੇ ਇੱਥੇ ਇਲੈਕਟ੍ਰਿਕ ਫੀਲਡ ਦੇਖਾਂਗਾ ਤਾਂ ਉਹ ਇੱਧਰ ਨੂੰ ਜਾਏਗੀ ਆਊਟਸਾਈਡ। ਇਸ ਤਰੀਕੇ ਨਾਲ ਬਾਹਰ ਨੂੰ ਜਾ ਰਹੀ ਹੈ ਔਰ ਇਸ ਐਂਗਲ ਨੂੰ ਆਪਾਂ ਥੀਟਾ ਲੈ ਲੈਂਦੇ ਹਾਂ। ਠੀਕ ਹੈ, ਔਰ ਇਹ ਵਾਲੀ ਇਲੈਕਟ੍ਰਿਕ ਫੀਲਡ E B ਚਾਰਜ ਕਰਕੇ B ਹੋ ਗਈ। ਜੇ ਮੈਂ ਇੱਕ ਇਸ ਲਾਈਨ ਦਾ ਧਿਆਨ ਨਾਲ ਲਿਖਣਾ, ਇਸ ਲਾਈਨ ਦੇ ਪੈਰਲਲ ਇੱਕ ਦਾ ਲਾਈਨ ਡਰਾ ਕਰ ਲੈਣਾ। ਠੀਕ ਹੈ, ਇਸ ਤਰੀਕੇ ਨਾਲ। ਓਕੇ, ਜੇ ਆ ਦੋਨੇ ਪੈਰਲਲ ਲਾਈਨਸ ਨੇ, ਇਹਨੂੰ ਇੱਕ ਲਾਈਨ ਕੱਟਦੀ ਹੈ ਤੇ ਜੇ ਆ ਥੀਟਾ ਐਂਗਲ ਆ ਤੇ ਆ ਵੀ ਥੀਟਾ ਹੋਏਗਾ। ਇਹ ਤਾਂ ਹੋ ਗਈ +q ਚਾਰਜ ਜਿਹੜਾ B ਪੁਆਇੰਟ ਤੇ ਪਿਆ ਹੋਇਆ ਆ। ਫਿਰ ਦੁਬਾਰਾ ਕਿ ਪੋਜ਼ਿਟਿਵ ਚਾਰਜ ਕਰਕੇ ਇਲੈਕਟ੍ਰਿਕ ਫੀਲਡ ਆਊਟਵਰਡ ਹੋਣੀ ਹੈ। ਆ ਪੋਜ਼ਿਟਿਵ ਵਾਲੇ ਦੀ ਇਲੈਕਟ੍ਰਿਕ ਫੀਲਡ ਬਾਹਰ ਨੂੰ ਜਾਂਦੀ ਪਈ ਆ ਤੇ ਮੈਂ ਇਸ ਦੀ ਇਲੈਕਟ੍ਰਿਕ ਫੀਲਡ B ਪੁਆਇੰਟ +q ਚਾਰਜ ਕਰਕੇ B ਪੁਆਇੰਟ ਤੇ, ਤਾਂ ਮੈਨੂੰ EB ਲਿਖ ਲਿਆ। ਇਹ ਇਲੈਕਟ੍ਰਿਕ ਫੀਲਡ ਹੋ ਗਈ ਸਾਡੇ ਕੋਲ P ਪੁਆਇੰਟ ਤੇ। ਓਕੇ, ਪੋਜ਼ਿਟਿਵ ਦੀ ਆਊਟਵਰਡ ਹੋ ਗਈ। ਹੁਣ ਆ ਨੈਗੇਟਿਵ ਚਾਰਜ ਆ ਤੇ ਨੈਗੇਟਿਵ ਚਾਰਜ ਦੀ ਇਲੈਕਟ੍ਰਿਕ ਫੀਲਡ ਡੈਫੀਨੇਟਲੀ ਕਿੱਧਰ ਨੂੰ ਹੋਣੀ ਆ? ਓਕੇ, ਇਨਵਰਡ ਹੋਣੀ ਆ, ਅੰਦਰ ਨੂੰ ਹੋਣੀ ਆ, ਇੱਧਰ ਨੂੰ। ਠੀਕ ਹੈ, ਤੇ ਨੈਗੇਟਿਵ ਚਾਰਜ ਅੰਦਰ ਨੂੰ ਲੈ ਕੇ ਆਉਂਦਾ, ਅਸੀਂ ਇਹਨੂੰ EA ਲਿਖ ਲਿਆ। ਓਕੇ ਜੀ, ਆ ਵੀ ਐਂਗਲ ਥੀਟਾ ਹੋਏਗਾ ਕਿਉਂਕਿ ਆ ਦੂਰੀ ਸੇਮ ਆ, ਆ ਵੀ ਦੂਰੀ ਸੇਮ ਆ ਤੇ ਐਂਗਲ ਸੇਮ ਸਾਡੇ ਕੋਲ ਫਾਰਮ ਹੋਣਗੇ। ਜਾਂ ਫਿਰ ਦੁਬਾਰਾ ਦੋ ਲਾਈਨਸ ਨੇ ਪੈਰਲਲ, ਆ ਵਾਲੀ ਲਾਈਨ ਮੈਂ ਇੱਥੇ ਪੈਰਲਲ ਡਰਾ ਕੀਤੀ ਸੀ, ਆ ਲਾਈਨ ਇੱਥੋਂ, ਤੇ ਜੇ ਆ ਵਾਲਾ ਲਾਈਨ ਕੱਟ ਕਰਦੀ ਤੇ ਇਹ ਵੀ ਥੀਟਾ ਹੈ। ਇਟ ਮੀਨ ਆ ਪੂਰੇ ਦਾ ਪੂਰਾ ਜਿਹੜਾ ਐਂਗਲ ਆ ਸਾਡੇ ਪਾਸ ਆ ਦੋਨੇ ਇਲੈਕਟ੍ਰਿਕ ਫੀਲਡ ਦੇ ਵਿੱਚ ਉਹ ਕਿੰਨਾ ਹੋ ਜਾਏਗਾ? 2 ਥੀਟਾ। ਓਕੇ, ਹੁਣ ਆਪਾਂ ਨੇ ਪਹਿਲਾਂ ਆਪਾਂ ਡਿਸਕਸ ਕਰ ਲਿਆ ਕਿ ਸਾਡੇ ਕੋਲ ਇਹ ਵਾਲੀ ਫਿਗਰ ਇਸ ਤਰੀਕੇ ਨਾਲ ਫਾਰਮਡ ਹੋਈ ਆ। ਪਹਿਲਾਂ ਆਪਾਂ EA ਔਰ EB ਫਾਈਂਡ ਆਊਟ ਕਰਨੇ। ਪਹਿਲਾਂ ਆਪਾਂ ਲਿਖਦੇ ਆਪਾਂ ਕਿ ਆ ਕੀ ਹੋਇਆ। ਆਪਾਂ ਨੇ ਕਿਆ ਕੰਸੀਡਰ ਕਰਨੇ ਆ, ਕੰਸੀਡਰ ਇਲੈਕਟ੍ਰਿਕ dipole
consisting charge minus q and plus q separated by distance 2l. Okay. Let P is the point on the equatorial line. P point equatorial line at distance r from center of dipole O point तो आपका R दूरी से P point ले लिया. Okay, EA and EB in this EA and EB electric field is electric field of charge केड़ा चार्ज है साढ़े को प्लस क्यू एंड माइनस क्यू. चलो ਆਪਾਂ ਹੁਣ ਮੈਗਨੀਟਿਊਡ ਫਾਈਂਡ ਆਊਟ ਕਰਨਾ ਆ ਕਿਹਦਾ EA ਦਾ ਔਰ EB ਦਾ. ਉਹਦੇ ਲਈ ਸਾਨੂੰ ਹੁਣ ਅਸੀਂ ਇਲੈਕਟ੍ਰਿਕ ਫੀਲਡ ਮੈਂ ਇਹ ਵਾਲੇ ਚਾਰਜ ਦਾ P ਪੁਆਇੰਟ ਤੇ ਇਲੈਕਟ੍ਰਿਕ ਫੀਲਡ ਫਾਈਂਡ ਆਊਟ ਕਰਾਂਗਾ. ਇਲੈਕਟ੍ਰਿਕ ਫੀਲਡ at point P due to charge minus Q, ठीक है, at A. Okay, इलेक्ट्रिक फील्ड एट पॉइंट P पॉइंट फाइंड करते ड्यू टू चार्ज माइनस Q एट ये A पॉइंट ਤੇ ਸਾਡੇ ਕੋਲ ਇਲੈਕਟ੍ਰਿਕ ਫੀਲਡ ਪਈ ਹੈ. ओके इलेक्ट्रिक फील्ड ਦਾ एक्सप्रेशन ਅਸੀਂ ਇੱਥੇ मैग्नीट्यूड डिस्कस करते हैं. वेक्टर पा के मैं मॉड पा लिया, मैग्नीट्यूड कट रहे हैं और मैं सिंपल EA लिख लिया, मैग्नीट्यूड कट रहा है. ठीक है, वेक्टर ना रिप्रेजेंट नहीं कर रहे हैं. EA that's become 1/4 pi epsilon naught charge Q upon A to P तक कर दी दूरी the square. ओके A तो P तक कर दी दूरी. ਹੁਣ ਇਹਦੇ ਵਿੱਚ AP ਕਿੰਨੀ ਆ AP देखते हैं ਹੁਣ A वाली एक राइट एंगल ट्रायंगल, ठीक है, आ वाली दूरी L आ वाली दूरी R आ बेस आ हाइपोटेन्यूज ਦਾ मतलब ਸਾਡੇ ਕੋਲ ਕੀ ਹੋਣਾ ओके R स्क्वायर L square the under root, ठीक है, that's a hypotenuse. Pythagoras इसकी applicable कर सकते हैं आसानी नाल under root. AP ਦੀ ਵੈਲਿਊ ਮੈਂ ਚੱਕ ਕੇ ਪੁੱਟ ਕਰ ਦਵਾਂਗਾ ਤਾਂ ਮੇਰੇ ਕੋਲ EA ਕਿੰਨੀ ਆ ਜਾਏਗੀ. It become 1/4 pi epsilon naught Q upon under root R square plus L square the whole the square. बस मैं AP की जगह वैल्यू पुट करती, square and cancel out. It become 1/4 pi epsilon naught Q by R square plus L square. That's the first equation. ਅਸੀਂ ਇੱਥੇ ਹੁਣ ਕੀ ਫਾਈਂਡ ਆਊਟ ਕਰ ਲਈ EA ਆਪਾਂ ਨੇ ਫਾਈਂਡ ਆਊਟ ਕਰ ਲਈ. ਹੁਣ ਆਪਾਂ ਨੇ EB ਕੱਢਣੀ ਹੈਗੀ. ओके ਹੁਣ ਆਪਾਂ ਨੇ ਫਾਈਂਡ ਆਊਟ ਕਰਨੀ ਇਲੈਕਟ੍ਰਿਕ ਫੀਲਡ due to electric field at point P due to charge minus Q at B. now EB ਸਾਡੇ ਕੋਲ ਕੀ ਹੋਣੀ 1/4 pi epsilon naught चार्ज ਸਾਡੇ पास Q है, दूरी ਸਾਡੇ ਕੋਲ B करके चार्ज पे P पॉइंट तक करेगा मतलब BP ਦਾ स्क्वायर इन दिस ਇਸ ਵਿੱਚ BP ਕੀ ਹੋਏਗੀ ਪਤਾ ਸਾਨੂੰ ਉਹ ਵੀ ਅੰਡਰ ਰੂਟ R स्क्वायर plus L स्क्वायर ਹੋਗੀ. ਫਿਰ ਇੱਥੇ ਵੀ ਆਪਾਂ ਜੇ ਮੈਥਡ ਐਪਲੀਕੇਬਲ ਕਰਾਂਗੇ ਤਾਂ ਇਹ ਵੀ R स्क्वायर plus L स्क्वायर ਦਾ ਅੰਡਰ ਰੂਟ ਆ ਜਾਏਗਾ. ਤੇ ਫਿਰ ਇਹ ਵੈਲਿਊ ਨੂੰ ਅਸੀਂ ਪੁੱਟ ਕਰਦੇ EB ਸਾਡੇ ਪਾਸ ਕੀ ਬਣ ਗਈ 1/4 pi epsilon naught Q बटा अंडर रूट R square plus L square the whole the square and root cancel out. EB 1/4 pi epsilon naught Q by R square plus L square. That's the second equation. Okay, ਹੁਣ ਤੁਸੀਂ ਦੇਖੋਗੇ ਅਸੀਂ EA ਵੀ ਕੱਢ ਲਈ ਹੈ ਔਰ EB ਵੀ ਕੱਢ ਲਈ ਹੈ ਔਰ ਸਾਨੂੰ ਪਤਾ ਕਿ ਦੋਨਾਂ ਦੇ ਵਿੱਚ ਜਿਹੜਾ ਐਂਗਲ ਬਣਦਾ ਉਹ ਕਿੰਨਾ ਹੈ 2 ਥੀਟਾ. Okay, then magnitude of the resultant. ਹੁਣ ਅਸੀਂ magnitude ਕੱਢਣਾ ਕਿਹਦਾ resultant electric field ਦਾ. Find out magnitude of resultant ਕਹਿ ਸਕਦੇ ਹਾਂ ਇੱਥੇ resultant ਦੀ ਜਗ੍ਹਾ total ਜਾਂ net electric field word use ਕਰਦੇ ਹਾਂ. net
इलैक्ट्रिक फील्ड। ओके हुण सानूं पता कि जे हुण इन दिस एंगल बिटवीन EA and EB is 2 theta ਇਹਨਾਂ ਚ ਐਂਗਲ 2 ਥੀਟਾ। ਹੁਣ ਸਾਨੂੰ ਪਤਾ ਕਿ ਅਸੀਂ ਪੜਿਆ ਕਿ r is equal to 2 ਵੈਕਟਰ ਕੁਆਂਟੀਜ਼ ਦੇ ਵਿੱਚ ਮੈਗਨੀਟਿਊਡ ਫਾਈਂਡ ਆਊਟ ਕਰਨ ਦੀ ਵੈਲਿਊ ਕੀ ਹੈ, r is equal to p square plus q square plus 2pq cos theta। ਓਕੇ ਨਾਓ ਸਾਡੇ ਕੋਲ ਐਕਸਪ੍ਰੈਸ਼ਨ ਨਿਕਲਦਾ ਪਿਆ ਕਿ p square plus q square plus 2pq cos theta। ਅਸੀਂ ਇੱਥੇ ਵੈਲਿਊ ਪੁੱਟ ਕਰਦੇ ਹਾਂ ਕਿ ਮੈਂ ਕੀ ਕਵਾਂਗਾ, ਮੈਂ ਕਵਾਂਗਾ ਜਿਹੜੀ e net ਆ ਉਹ ਇਕੁਅਲ ਟੂ ਹੋਏਗੀ EA ਦਾ ਸਕੇਅਰ प्लस EB ਦਾ ਸਕੇਅਰ प्लस 2EA EB ਤੇ cos 2 थीटा। ਆ ਦਿਮਾਗ 'ਚ ਰੱਖਣਾ ਕਿ ਇੱਥੇ ਕੀ ਬਣਦਾ cos 2 थीटा। ਓਕੇ ਨਾਓ ਇੱਥੇ ਸਾਡਾ ਇਸ ਇੱਥੇ ਤੱਕ ਸੋਲਵ ਕਰਨ ਦੇ ਅੱਗੇ ਦੇਖੋ ਮੇਰਾ ਬੇਟਾ from 1 and 2 from equation 1 and 2 ਪਹਿਲੀ ਤੇ ਦੂਜੀ ਕੀ ਕਹਿੰਦੀ ਆ, ਪਹਿਲੀ ਤੇ ਦੂਜੀ ਇਕੁਏਸ਼ਨ ਕਹਿੰਦੀ ਸਾਡੇ ਕੋਲ कि EA वो इक्वल टू EB 1/4 पाई एप्सिलॉन नॉट क्या हो r स्क्वायर प्लस l स्क्वायर 1/4 पाई एप्सिलॉन नॉट क्या हो r स्क्वायर प्लस l स्क्वायर। आ वाली बड़ी इक्वेशन विचो जे EB देखिए और आ वाली इक्वेशन जो जे EA देखिए तो दोनों आपस में की इक्वल है, मतलब इक्वल है, मतलब EB की जगह मैं EA लिख सकता। इसका मतलब E मेरे पास की बने अंडर रूट EA दा स्क्वायर प्लस EB की जगह भी EA दा स्क्वायर प्लस 2EA cos 2 थीटा। इनू भी की कर सकता मैं EA दा स्क्वायर प्लस EA दा स्क्वायर प्लस 2EA दा स्क्वायर cos 2 थीटा। EA स्क्वायर कॉमन कर लेते हैं आप, अब ऐड कर लेते हैं, क्या बन जाना 2EA स्क्वायर प्लस 2EA दा स्क्वायर cos 2 थीटा। एक चो 2EA स्क्वायर कॉमन 2 नाल EA स्क्वायर अंदर की बचना 1 प्लस cos 2 थीटा। इतने फार्मूला 1 प्लस cos 2 थीटा इज इक्वल टू 2 cos स्क्वायर थीटा। मैं इतने लिख देना 1 प्लस cos 2 थीटा इज इक्वल टू 2 cos स्क्वायर थीटा। इतने वैल्यू पुट कर दें E इज इक्वल टू 2EA स्क्वायर इंटू 2 cos स्क्वायर थीटा। 2 और 2 4 इट बिकम 4EA स्क्वायर cos स्क्वायर थीटा अंडर रूट। और मैं लिख सकता 2EA cos थीटा दा होल दा स्क्वायर, स्क्वायर एंड कैंसल आउट, देन E बिकम 2EA cos थीटा। E कढनी मैं ओके इतने साढ़े को E आ गई। हुण सानू पता कि 2 कांस्टेंट EA की वैल्यू मैं ऑलरेडी फाइंड आउट कर चुके हैं। मैंने हुण सिर्फ की चाहिए cos थीटा की वैल्यू जिहड़ी मैं इस रिलेशन च फर्दर यूज करनी है। ओके देन मेरे पास बचा हैगा एक सेकंड मैं देख ला कि बोर्ड इस तक नजर आ रहा है मेरी वीडियो दे विच। इन दिस हुण मेरे पास की है कि मैं इत्थे फाइंड आउट करना cos थीटा की वैल्यू। मैंने पता लग गया cos थीटा इन्हें मैं इक्वेशन थर्ड लिख लेना cos थीटा बेस अपॉन हाइपोटेन्यूज। जे मैं इस ट्रायंगल नूं लवां OPB दे विच बेस दिस वन हाइपोटेन्यूज दिस वन, इसदा मतलब L अपॉन तो मेरे पास की बन जाना L अपॉन अंडर रूट r स्क्वायर प्लस l स्क्वायर। मैं अंडर रूट नहीं लिखना, मैनू लिखना 1/2। ठीक है एक गल ताकि मैनू सॉल्व करना। दैन असी पुट करते E की वैल्यू E 2 दैन वैल्यू 1/4 पाई एप्सिलॉन नॉट EA की वैल्यू क्यों अपॉन r स्क्वायर l स्क्वायर। दैन वैल्यू यदि पता नहीं इतने नजर आ रहा है तुम्हें, थोड़ा मैं इधर निकाल लूँगा। E 2 1/4 पाई एप्सिलॉन नॉट
क्यू अपॉन आर स्क्वायर प्लस एल स्क्वायर ई ए की वैल्यू मैं इतों पुट करती हूँ मैं cos थीटा की वैल्यू पुट करनी एल अपॉन आर स्क्वायर एल स्क्वायर की 1/2 ओके दैन आप नहीं करना कि 2 उपर वाले टर्म्स एक जगह इकट्ठियां कर लेंगे हैं ये बचना 1/4 पाई एप्सिलॉन नॉट क्यू मोरे लिख लेना मैं 2l उपर वाली टर्म्स और इन्हां बेस से पावर ऐड दैन आर स्क्वायर एल स्क्वायर की बन जाना 3/2 नाउ 3/2 साढ़े को इत्थे फॉर्म्ड हो गया ठीक है तो हम बेस बना इन दिस डाइपोल मोमेंट ਇਹਦੇ ਬਾਰੇ भी ਆਪਾਂ पिछले आर्टिकल चंगी तरीके डिस्कस किया कि P इज इक्वल टू ਹੁੰਦੀ ਆ आइदर चार्ज एंड डिस्टेंस बिटवीन देम P इज इलेक्ट्रिक डाइपोल मोमेंट ਉਹ ਬੋਲਣ ਕੋਈ ਵੀ ਚਾਰਜ ਦਾ ਮੈਗਨੀਟਿਊਡ ਦਾ ਕਿਉ ਤੇ ਦੂਰੀ ਕਿੰਨੀ 2l ਉਹਨੂੰ P ਨਾਲ ਅਸੀਂ ਡਿਨੋਟ ਕਰਦੇ ਇਹਦਾ ਮਤਲਬ ਮੈਂ ਕਿਉ 2l ਜਗ੍ਹਾ ਕੀ ਲਿਖ ਸਕਦਾ P ਤੇ ਕੀ ਬਣ ਜਾਣਾ 1/4 ਪਾਈ ਐਪਸਿਲਨ ਨॉट P ਬਾਈ r ਸਕੁਅਰ ਪਲਸ l ਸਕੁਅਰ ਦੀ 3/2 ਇਨ ਵੈਕਟਰ ਫਾਰਮ ਆ ਗੱਲ ਧਿਆਨ ਨਾਲ ਦੇਖਣਾ इन वैक्टर फॉर्म ਜਿਹੜੀ ਸਾਡੇ ਕੋਲ ਡਾਈਪੋਲ ਮੂਵਮੈਂਟ ਆ ਉਹਦੀ ਜਿਹੜੀ ਡਾਇਰੈਕਸ਼ਨ ਆ ਉਹ ਇਲੈਕਟ੍ਰਿਕ ਫੀਲਡ ਦੇ ਆਪੋਜ਼ਿਟ ਆ ਮਤਲਬ ਇਲੈਕਟ੍ਰਿਕ ਫੀਲਡ ਮੂਵ ਕਰਦੀ ਪੋਜ਼ਿਟਿਵ ਟੂ ਨੈਗੇਟਿਵ ਦੈਨ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਜਿਹੜੀ ਸਾਡੇ ਕੋਲ ਹੈਗੀ ਉਹ ਨੈਗੇਟਿਵ ਟੂ ਪੋਜ਼ਿਟਿਵ ਇਹਦਾ ਮਤਲਬ ਇੱਥੇ ਕੀ ਨਿਕਲਦਾ ਪਿਆ ਆ ਕਿ ਜੇ ਮੈਂ ਇਹਨੂੰ ਵੈਕਟਰ ਫਾਰਮ 'ਚ ਹੀ ਲਿਖਾਂ ਤਾਂ ਮੈਂ ਸਾਹਮਣੇ ਬਸ ਕਾਹਦਾ ਸਾਈਨ ਪਾਵਾਂਗਾ ਮੇਰਾ ਬੇਟਾ ਨੈਗੇਟਿਵ ਔਰ ਡਾਈਪੋਲ ਮੂਵਮੈਂਟ ਦੇ ਮੇਰੇ ਕੋਲ ਰਿਜ਼ਲਟ ਕੀ ਆ ਜਾਏਗਾ ਆਪੋਜ਼ਿਟ ठीक है ये साडे कोल साडा रिलेशन है दैट्स द फाइनल रिजल्ट आ दोनी थोड़ा स्पेस घट होने करके मैशअप हो गया देख लेना एक बार ਆਪਾਂ ਦੁਬਾਰਾ ਆਪਣੀ ਗੱਲ ਨੂੰ ਇੱਕ ਵਾਰ ਡਿਸਕਸ ਕਰਦੇ ਹਾਂ ਕਿ ਆਪਣਾ ਟੌਪਿਕ ਕੀ ਸੀਗਾ ਆਪਣਾ ਟੌਪਿਕ ਸੀਗਾ ਕਿ ਇਲੈਕਟ੍ਰਿਕ ਫੀਲਡ ਇੰਟੈਂਸਿਟੀ ਫਾਈਂਡ ਆਊਟ ਕਰਨੀ ਹੈ ਇਕੁਟੋਰੀਅਲ ਲਾਈਨ ਤੇ ਆਫ ਇਲੈਕਟ੍ਰਿਕ ਡਾਈਪੋਲ ਦੀ ਠੀਕ ਹੈ ਮੇਨ ਜੇ ਸਾਨੂੰ ਇਹ ਚੀਜ਼ ਸਮਝ ਆ ਰਹੀ ਹੈ ਤਾਂ ਇਹ ਕੁਝ ਵੀ ਨਹੀਂ ਹੈ ਤਾਂ ਮੈਥ ਦੇ ਸਮ ਵਰਗਾ ਹੀ ਹੈ ਪ੍ਰੋਬਲਮ ਜਿੱਦਾਂ ਕਰਨੀ ਆ ਪ੍ਰੋਬਲਮ ਦੇ ਬਿਟਵੀਨ ਹੀ ਲਿਖਿਆ ਉਹਨਾਂ ਨੇ ਜੋ ਕਿਹਾ ਕਿ ਇਲੈਕਟ੍ਰਿਕ ਡਾਈਪੋਲ ਠੀਕ ਹੈ ਇਲੈਕਟ੍ਰਿਕ ਡਾਈਪੋਲ ਲੈ ਲਿਆ इलैक्ट्रिक डाइपोल पता होना चाहिए कि दो इक्वल चार्जेस ऑपोजिट नेचर के माइनस क्यू ले लिया एक प्लस क्यू ले लिया फिर उन्होंने इक्वेटोरियल लाइन लो इक्वेटोरियल लाइन उत्ते कोई पॉइंट होना चाहिए उत्ते पॉइंट पी ले लिया हुण मैं इनू ए ले लिया इनू बी लिया प्लस माइनस लिख सकते तुसीं पर ए भी लिख लेने इसनू पी लिख लिया तां फिर मैं कहा कि बी दी इलैक्ट्रिक फील्ड पॉजिटिव इलैक्ट्रिक फील्ड दा बाहर नूं इस करके ई बी नेगेटिव इलैक्ट्रिक फील्ड अंदर नूं इस करके ई ए और आ मैं तुहानूं अगे समझाया थीटा दे उपर वाला थीटा या थीटा दे थल्ले वाला थीटा 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 प्लस 2 थीटा हो गया ਤੇ ਆ ਸਾਡੇ ਕੋਲ r ਦੂਰੀ ਸੀ ਔਰ ਜੇ ਮੈਂ ਇੱਥੇ ਪਾਈਥਾਗੋਰਸ ਲਾਇਆ ਤੇ r ਸਕੁਅਰ ਪਲਸ l ਸਕੁਅਰ ਦਾ ਅੰਡਰ ਰੂਟ ਹੋ ਗਿਆ a ਤੋਂ p ਤੱਕ ਔਰ b ਤੋਂ p ਤੱਕ ਦੀ ਦੂਰੀ ਇੱਥੇ ਫਿਰ ਮੈਂ ਇਹ ਪਤਾ ਕੀਤਾ ਮੈਨੂੰ ਐਕਸਪ੍ਰੈਸ਼ਨ ਪਤਾ 1/4 ਪਾਈ ਐਪਸਿਲਨ ਨॉट ਚਾਰਜ ਜਿੰਨਾ ਦੀ ਜਿੰਨੀ ਦੂਰੀ ਹੈ ਉਸ ਪੁਆਇੰਟ ਤੱਕ ਦੀ ਦੂਰੀ ਮੈਂ ਲਿਖ ਲਈ ਦੂਰੀ ਦੀ ਵੈਲਿਊ ਫਾਈਂਡ ਆਊਟ ਕਰਕੇ ਪੁੱਟ ਕਰਤੀ ਸਕੁਅਰ ਅੰਡਰ ਰੂਟ ਨਾਲ ਕੈਨਸਲ ਹੋ ਗਿਆ ਫਸਟ ਹੋ ਗਿਆ ਦੈਟ ਸੇਮ ਮੈਂ b ਪੁਆਇੰਟ ਤੇ ਇਲੈਕਟ੍ਰਿਕ ਫੀਲਡ ਫਾਈਂਡ ਆਊਟ ਕਰ ਲਈ ਫਿਰ ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਵੀ ਇਹ ਦੋਨੇ ਵੈਕਟਰ ਕੁਆਂਟੀਟੀਜ਼ ਆ ਇਹਨਾਂ ਐਂਗਲ 2 ਥੀਟਾ ਬਣਦਾ ਫਿਰ ਮੈਂ ਕਿਹਾ ਚਲੋ ਸੋਲਵ ਕਰਦੇ p ਸਕੁਅਰ ਪਲਸ q ਸਕੁਅਰ ਪਲਸ 2 p q cos ਥੀਟਾ फिर मैंने पता कि थीटा ਇਹਨਾਂ ਵਿੱਚ ਕਿੰਨਾ ਬਣ ਰਿਹਾ ਹੈ 2 ਥੀਟਾ ਇਸ ਕਰਕੇ ਮੈਂ ਇਹਨੂੰ p ਨੂੰ e a ਮੰਨ ਲਿਆ e b 2 e a e b cos 2 ਥੀਟਾ ਫਿਰ ਮੈਂ ਤੋਂ ਅੱਗੇ ਕੀ ਕਰਾਂ तो मैं देखा कि e a तो और e b दोनों दी वैल्यूज आपस में की है सेम और दोनों वैल्यूज में जाके e b नु e a पुट कर देता मैं देखा ऐड होनी ऐड कर दी मैं देखा कॉमन निकल क्योंकि मैं इथे क्या 1 cos 2 थीटा बनदा और ये इक्वल होगा 2 cos स्क्वायर थीटा दे तो ये जगह मैं वैल्यू पुट करती 2 cos स्क्वायर थीटा 2 और 2 4 हो गया मेरे पास e a स्क्वायर हो गया cos स्क्वायर थीटा हो गया आफ्टर दैट मैं की किया कि ਇਹਦਾ ਸਕੁਅਰ ਲੈ ਕੇ ਅੰਡਰ ਰੂਟ ਕੱਢ ਦਿੱਤਾ ਤੇ ਮੇਰੇ ਕੋਲ e a ਬਚ ਗਿਆ ਹੁਣ e ਆ e ਬਚ ਗਈ ਮੇਰੇ ਤੋਂ e a ਵੈਲਿਊ cos ਥੀਟਾ ਨਹੀਂ ਸੀ cos ਥੀਟਾ ਕੀ ਹੁੰਦਾ ਗਾੜੂ ਬੇਸ ਅਪਨ ਹਾਈਪੋਟੇਨਸ ਮੈਂ ਰਾਈਟ ਐਂਗਲ ਟ੍ਰਾਇੰਗਲ ਲਈ ਉਥੋਂ ਤਾਂ ਉੱਚੋਂ ਮੈਂ ਬੇਸ l ਅਪਨ r ਸਕੁਅਰ ਪਲਸ l ਸਕੁਅਰ ਦੀ 1/2 ਲੈ ਲਈ ਮੈਂ ਸਾਰੀਆਂ ਵੈਲਿਊਜ਼ ਚੱਕ ਕੇ ਇਸ ਫਾਰਮੂਲੇ 'ਚ ਥਰਡ ਇਕੁਏਸ਼ਨ 'ਚ ਪੁੱਟ ਕਰ ਦਿੱਤੀਆਂ ਦੈਨ ਫਰਮ ਇਕੁਏਸ਼ਨ थर्ड इक्वेशन जो मैं पुट कर देती है तो मेरे पास आ चीज बनी मैं देखा कि Q2L ਹੁਣ ਜੇ ਮੈਂ ਡਾਈਪੋਲ ਕਰ ਰਿਹਾ ਮੈਂ ਡਾਈਪੋਲ ਮੂਵਮੈਂਟ ਦੀ ਫਾਰਮ 'ਚ ਲਿਖਣਾ ਠੀਕ ਹੈ ਤੇ ਮੈਂ ਉਹਨੂੰ ਕੀ ਕੀਤਾ ਇਹਨੂੰ P ਲਿਖਿਆ ਫਿਰ ਮੈਂ ਕਿਹਾ ਕਿ ਜੇ ਵੈਕਟਰ 'ਚ ਲਿਖਣਾ ਦੋਨਾਂ ਦੀ ਡਾਇਰੈਕਸ਼ਨ ਆਪੋਜ਼ਿਟ ਆ ਵੈਕਟਰ ਪਾਉਣ ਤੇ ਮੈਂ ਸਾਹਮਣੇ ਸਾਈਨ ਕਰਦਾ ਪਾਤਾ ਨੈਗੇਟਿਵ ਦਾ ਇਹਦਾ ਇੱਕ ਕੇਸ ਹੋ ਸਕਦਾ ਹੈ ਕਿ ਡਾਈਪੋਲ ਬਹੁਤ ਸ਼ਾਰਟ ਆ ਤੇ ਜਾਂ P ਪੁਆਇੰਟ ਬਹੁਤ ਅਵੇ ਆ ਜੇ P ਪੁਆਇੰਟ ਅਵੇ ਆ ਤੇ ਉਸ ਕੇਸ 'ਚ ਅਸੀਂ ਕਹਿਣਾ ਕਿ R ਇਜ਼ ਡਾਈਪੋਲ ਜਾਂ ਸਮਾਲ ਆ ਮਤਲਬ ਦੋਨੇ ਕੇਸਿਸ ਦੇ ਵਿੱਚ R ਇਜ਼ ਗ੍ਰੇਟਰ ਦੈਨ L और इस केस दे विच आपां L ਨੂੰ ਨੈਗਲੈਕਟ ਕਰ ਦੇਣਾ ਤਾਂ ਇੱਥੇ ਸਕੁਅਰ ਨਾਲ ਰੂਟ ਕੈਨਸਲ ਹੋ ਜਾਣਾ ਤੇ 1/4 ਪਾਈ ਐਪਸਿਲਨ ਨॉट p ਬਾਈ r ਦੀ q ਬਣ ਸਕਦਾ ਹੈ ਰਿਜ਼ਲਟ ਸਾਡੇ ਕੋਲ ਬਣ ਜਾਏਗਾ ਉਸ ਕੇਸ ਦੇ ਵਿੱਚ ਠੀਕ ਹੈ ਇਹਦੇ ਨਾਲ ਨੈਕਸਟ ਟਾਪਿਕ ਇਹਦਾ ਰਿੰਗ ਦੇ ਉੱਤੇ ਚਾਰਜ ਹੋਵੇ ਤਾਂ ਇਲੈਕਟ੍ਰਿਕ ਫੀਲਡ ਕਿੱਦਾਂ ਫਾਈਂਡ ਆਊਟ ਕਰਨੀ ਉਹ ਨੈਕਸਟ ਵੀਡੀਓ ਡਿਸਕਸ ਕਰਦੇ ਹਾਂ ਥੈਂਕ ਯੂ